ਸਾਡੇ ਭਾਰਤ ਦੇ ਇਤਿਹਾਸ ਵਿੱਚ ਕੁਝ ਯੋਧਾ ਅਜਿਹੇ ਵੀ ਰਹੇ ਹਨ ਜਿਨ੍ਹਾਂ ਦੇ ਨਾਮ ਤੋਂ ਹੀ ਦੁਸ਼ਮਣ ਘਬਰਾ ਜਾਂਦੇ ਸੀ। ਪਰ ਬਦਕਿਸਮਤੀ ਨਾਲ ਸਾਡੀ ਇਹ ਨਿਊ ਜਨਰੇਸ਼ਨ ਨੂੰ ਇਹਨਾਂ ਬਹਾਦਰਾਂ ਬਾਰੇ ਸ਼ਾਇਦ ਹੀ ਪਤਾ ਹੋਵੇ। ਇਸ ਵਿੱਚ ਗਲਤੀ ਉਹਨਾਂ ਦੀ ਨਹੀਂ ਹੈ, ਕਿਉਂਕਿ ਸਾਡੇ ਸਕੂਲਾਂ ਵਿੱਚ ਸਾਨੂੰ ਆਪਣੇ ਮਾਤਰੂ ਭੂਮੀ ਦੇ ਵੀਰਾਂ ਦੀ ਬਜਾਏ ਆਕਰਮਣਕਾਰੀ ਸ਼ਕਤੀਆਂ ਬਾਰੇ ਜ਼ਿਆਦਾ ਦੱਸਿਆ ਜਾਂਦਾ ਹੈ ਅਤੇ ਅਜਿਹੇ ਕਾਰਨ ਹੀ ਇਹ ਵੀਰ ਇਤਿਹਾਸ ਦੇ ਪੰਨਿਆਂ ਵਿੱਚ ਦਫਨ ਹੋ ਕੇ ਰਹਿ ਗਏ ਹਨ। ਮੈਨੂੰ ਨਹੀਂ ਪਤਾ ਕਿ ਇਹ ਵੀਡੀਓ ਕਿੰਨੇ ਕੁ ਲੋਕ ਵੇਖਣਗੇ, ਪਰ ਜੇਕਰ ਤੁਸੀਂ ਇਸ ਵੀਡੀਓ ਨੂੰ ਵੇਖ ਰਹੇ ਹੋ ਤਾਂ ਇਸ ਵੀਡੀਓ ਨੂੰ ਆਪਣੇ ਛੋਟੇ ਭੈਣ ਭਰਾਵਾਂ ਨੂੰ ਅਤੇ ਆਪਣੇ ਬੱਚਿਆਂ ਨੂੰ ਜ਼ਰੂਰ ਸ਼ੇਅਰ ਕਰਿਓ ਤਾਂ ਕਿ ਉਹ ਵੀ ਆਪਣੇ ਇਤਿਹਾਸ ਦੇ ਵੀਰਾਂ ਬਾਰੇ ਕੁਝ ਨਾ ਕੁਝ ਜਾਣ ਸਕਣ। ਦੋਸਤੋ, ਅੱਜ ਅਸੀਂ ਜਿਨ੍ਹਾਂ ਦੀ ਗੱਲ ਕਰਨ ਵਾਲੇ ਹਾਂ ਉਹਨਾਂ ਦਾ ਨਾਮ ਹੈ ਹਰੀ ਸਿੰਘ ਨਲੂਆ। ਤਾਂ ਚਲਿਏ ਦੋਸਤੋ, ਹੁਣ ਸ਼ੁਰੂ ਕਰਦੇ ਹਾਂ। ਜਨਮ ਵੱਲੋਂ ਵਿਅਕਤੀ ਚਾਹੇ ਤਾਂ ਗਿਆਨ ਅਰਜਿਤ ਕਰ ਸਕਦਾ ਹੈ, ਪਰ ਬਹਾਦਰੀ ਕਿਸੇ ਪਾਠਸ਼ਾਲਾ ਵਿੱਚ ਸ਼ਾਇਦ ਹੀ ਸਿਖਾਈ ਜਾ ਸਕੇ। ਕਹਿੰਦੇ ਵੀ ਹਨ ਕਿ ਹੋਣਹਾਰ ਵੀਰਵਾਨ ਦੇ ਹੋਣ ਚਿਕਨੇ ਪਾਤ, ਮਤਲਬ ਬਹਾਦਰਾਂ ਨੂੰ ਤਾਂ ਬਸ ਆਪਣੀ ਬਹਾਦਰੀ ਨੂੰ ਦਿਖਾਉਣ ਲਈ ਇੱਕ ਮੌਕੇ ਦੀ ਹੀ ਤਲਾਸ਼ ਹੁੰਦੀ ਹੈ। ਹਰੀ ਸਿੰਘ ਨਲੂਆ ਵੀ ਇੱਕ ਇੰਜ ਹੀ ਸੂਬੇਦਾਰ ਦਾ ਨਾਮ ਹੈ ਜਿਸ ਦੇ ਡਰ ਵੱਲੋਂ ਅਫਗਾਨੀ ਦੁਸ਼ਮਣ ਪੂਰੀ ਤਰ੍ਹਾਂ ਆਤੰਕਿਤ ਸਨ। ਉਹ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਦੇ ਮੁੱਖ ਥੰਬ ਮੰਨੇ ਜਾਂਦੇ ਸਨ। ਸਿਰਫ 14 ਸਾਲ ਦੀ ਉਮਰ ਵਿੱਚ ਉਹਨਾਂ ਨੇ ਆਪਣੀ ਬਹਾਦਰੀ ਦਾ ਅਜਿਹਾ ਪ੍ਰਮਾਣ ਦਿੱਤਾ ਕਿ ਸਾਰੇ ਉਹਨਾਂ ਨੂੰ ਬਾਗ ਮਾਰ ਕਹਿ ਕੇ ਬੁਲਾਉਣ ਲੱਗ ਪਏ। ਹਰੀ ਸਿੰਘ ਨਲੂਏ ਦਾ ਜਨਮ ਸੰਨ 1791 ਵਿੱਚ ਪੰਜਾਬ ਦੇ ਗੁਜਰਾਂਵਾਲਾ ਵਿੱਚ ਪਿਤਾ ਸਰਦਾਰ ਗੁਰਦਿਆਲ ਸਿੰਘ ਉਪਾਲ ਅਤੇ ਮਾਤਾ ਧਰਮ ਕੌਰ ਦੇ ਘਰ ਹੋਇਆ। ਉਹ ਆਪਣੇ ਮਾਤਾ ਪਿਤਾ ਦੀ ਇਕਲੌਤੀ ਸੰਤਾਨ ਸੀ, ਇਸ ਕਰਕੇ ਉਹਨਾਂ ਨੂੰ ਘਰ ਵੱਲੋਂ ਖੂਬ ਦੁਲਾਰ ਮਿਲਿਆ। ਲੇਕਿਨ ਦੁਰਭਾਗਿਆਵਸ਼ ਮਹਿਜ 7 ਸਾਲ ਦੀ ਉਮਰ ਵਿੱਚ ਹੀ ਉਹਨਾਂ ਦੇ ਸਿਰ ਵੱਲੋਂ ਪਿਤਾ ਦਾ ਸਾਇਆ ਉੱਠ ਗਿਆ। 1798 ਵਿੱਚ ਪਿਤਾ ਦੀ ਮੌਤ ਤੋਂ ਬਾਅਦ ਹਰੀ ਸਿੰਘ ਨੂੰ ਉਹਨਾਂ ਦੀ ਮਾਤਾ ਨੇ ਹੀ ਪਾਲਿਆ। ਅੱਗੇ ਉਹ 10 ਸਾਲ ਦੀ ਉਮਰ ਵਿੱਚ ਅੰਮ੍ਰਿਤਪਾਨ ਕਰਕੇ ਇੱਕ ਸੱਚੇ ਸਿੱਖ ਬਣ ਗਏ। ਜਿਸ ਉਮਰ ਵਿੱਚ ਬੱਚਿਆਂ ਨੂੰ ਖਿਡੌਣਿਆਂ ਦਾ ਸ਼ੌਂਕ ਹੁੰਦਾ ਹੈ, ਉਸ ਉਮਰ ਵਿੱਚ ਹਰੀ ਸਿੰਘ ਨੇ ਅਸਤਰ ਸ਼ਸਤਰ, ਮਾਰਸ਼ਲ ਆਰਟ ਅਤੇ ਘੁੜਸਵਾਰੀ ਦੀ ਸਿੱਖਿਆ ਸਾਰ ਕਰ ਲਈ ਸੀ। ਉਹਨਾਂ ਦੇ ਜ਼ੋਰ ਅਤੇ ਪਰਾਕਰਮ ਦਾ ਇੱਕ ਛੋਟਾ ਜਿਹਾ ਨਮੂਨਾ ਤਦ ਵੇਖਣ ਨੂੰ ਮਿਲਿਆ ਜਦੋਂ 1805 ਈਸਵੀ ਵਿੱਚ ਬਸੰਤ ਉਤਸਵ ਦੇ ਉਪਲਕਸ਼ ਵਿੱਚ ਮਹਾਰਾਜਾ ਰਣਜੀਤ ਸਿੰਘ ਦੁਆਰਾ ਪ੍ਰਤਿਭਾ ਦੀ ਖੋਜ ਨਾਮਕ ਇੱਕ ਮੁਕਾਬਲੇ ਦਾ ਪ੍ਰਬੰਧ ਕੀਤਾ ਗਿਆ ਅਤੇ ਇਸ ਦੌਰਾਨ ਹੀ ਹਰੀ ਸਿੰਘ ਆਪਣੇ ਇੱਕ ਵਿਵਾਦਿਕ ਜ਼ਮੀਨ ਦਾ ਵਿਵਾਦ ਸੁਲਝਾਉਣ ਮਹਾਰਾਜਾ ਰਣਜੀਤ ਸਿੰਘ ਦੇ ਕੋਲ ਪੁੱਜੇ ਸਨ। ਇੱਥੇ ਹਰੀ ਸਿੰਘ ਨੇ ਮਹਾਰਾਜਾ ਨੂੰ ਦੱਸਿਆ ਕਿ ਉਹਨਾਂ ਦੇ ਦਾਦਾ ਅਤੇ ਪਿਤਾ ਜੀ ਮਹਾਰਾਜਾ ਦੇ ਪੂਰਵਜ ਮਹਾਂ ਸਿੰਘ ਅਤੇ ਚੇਤਰ ਸਿੰਘ ਜੀ ਦੀ ਫੌਜ ਦੇ ਅਧੀਨ ਹੀ ਆਪਣੀ ਸੇਵਾਵਾਂ ਦੇ ਚੁੱਕੇ ਸਨ। ਉਸ ਦੇ ਬਾਅਦ ਹਰੀ ਸਿੰਘ ਨੇ ਮੁਕਾਬਲੇ ਵਿੱਚ ਭਾਲਾ ਸੁੱਟਣ, ਤੀਰ ਅੰਦਾਜ਼ੀ ਅਤੇ ਘੁੜਸਵਾਰੀ ਵਿੱਚ ਆਪਣੀ ਪ੍ਰਤਿਭਾ ਦਾ ਸਰਵੋੱਚ ਨੁਮਾਇਸ਼ ਵਿਖਾਇਆ। ਮਹਾਰਾਜਾ ਰਣਜੀਤ ਸਿੰਘ ਉਹਨਾਂ ਦੀ ਪ੍ਰਿਸ਼ਠ ਭੂਮੀ ਅਤੇ ਛੋਟੀ ਜੀ ਉਮਰ ਵਿੱਚ ਉਹਨਾਂ ਦੇ ਇਸ ਚੰਗੇਰੇ ਯੁੱਧ ਕੌਸ਼ਲ ਵੱਲ ਬਹੁਤ ਹੀ ਪ੍ਰਭਾਵਿਤ ਹੋਏ। ਹਰੀ ਸਿੰਘ ਵੱਲੋਂ ਖੁਸ਼ ਹੋ ਕੇ ਮਹਾਰਾਜਾ ਨੇ ਉਹਨਾਂ ਨੂੰ ਆਪਣੇ ਦਰਬਾਰ ਵਿੱਚ ਇੱਕ ਖਾਸ ਸਹਾਇਕ ਦਾ ਪਦ ਸੌਂਪ ਦਿੱਤਾ। ਪਰ ਹਰੀ ਸਿੰਘ ਨੂੰ ਤਾਂ ਦਰਬਾਰ ਵਿੱਚ ਹੀ ਨਹੀਂ, ਅਪਿਤੂ ਲੜਾਈ ਭੂਮੀ ਵਿੱਚ ਆਪਣਾ ਕੌਸ਼ਲ ਦਿਖਾਉਣਾ ਸੀ। ਇਸ ਲਈ 1 ਸਾਲ ਦੇ ਅੰਦਰ ਹੀ ਉਹਨਾਂ ਨੂੰ ਫੌਜ ਦੀ ਇੱਕ ਟੁਕੜੀ ਦਾ ਸੈਨਾਪਤੀ ਘੋਸ਼ਿਤ ਕਰ ਦਿੱਤਾ ਗਿਆ। ਇਹ ਭਰੋਸਾ ਕਰ ਪਾਉਣਾ ਸੱਚ ਵਿੱਚ ਬੇਹੱਦ ਹੀ ਮੁਸ਼ਕਿਲ ਸੀ ਕਿ ਮਹਾਰਾਜਾ ਰਣਜੀਤ ਸਿੰਘ ਨੇ ਇੱਕ ਫੌਜ ਦੀ ਟੁਕੜੀ ਜਿਸ ਵਿੱਚ 800 ਸੈਨਿਕ ਹਨ, ਉਸ ਦੀ ਕਮਾਨ ਇੱਕ 14 ਸਾਲ ਦੇ ਬਾਲਕ ਦੇ ਹੱਥਾਂ ਵਿੱਚ ਸੌਂਪ ਦਿੱਤੀ ਹੈ। ਗਜਬ ਦੀ ਗੱਲ ਤਾਂ ਇਹ ਸੀ ਕਿ ਇਸ ਉਮਰ ਵਿੱਚ ਨਹੀਂ ਸਿਰਫ ਉਹਨਾਂ ਨੇ ਆਪਣੀ ਜ਼ਿੰਮੇਵਾਰੀਆਂ ਨੂੰ ਸੰਭਾਲਿਆ, ਸਗੋਂ ਜੰਗ ਵਿੱਚ ਦੁਸ਼ਮਣਾਂ ਦੇ ਨਾਲ ਪੂਰੀ ਤਾਕਤ ਨਾਲ ਲੋਹਾ ਵੀ ਲਿਆ। ਹਰੀ ਸਿੰਘ ਆਪਣੇ ਯੁੱਧ ਕੌਸ਼ਲ ਅਤੇ ਲਗਾਤਾਰ ਬਹੁਤ ਕਾਰਨਾਮੇ ਕਰਦੇ ਆ ਰਹੇ ਸਨ। ਰਾਜਾ ਵੱਲੋਂ ਉਹਨਾਂ ਦੀ ਨਜ਼ਦੀਕੀਆਂ ਕਾਫੀ ਹੱਦ ਤੱਕ ਵੱਧ ਗਈਆਂ ਸਨ। ਉਹ ਅਕਸਰ ਮਹਾਰਾਜੇ ਨਾਲ ਸ਼ਿਕਾਰ ਲਈ ਜਾਇਆ ਕਰਦੇ ਸਨ। ਇੱਕ ਵਾਰ ਸ਼ਿਕਾਰ ਦੇ ਦੌਰਾਨ ਇੱਕ ਖੁਖਾਰ ਬਾਘ ਨੇ ਮਹਾਰਾਜਾ ਦੀ ਫੌਜ ਉੱਤੇ ਹਮਲਾ ਕਰ ਦਿੱਤਾ। ਬਾਘ ਦਾ ਇਹ ਹਮਲਾ ਹਰੀ ਸਿੰਘ ਦੇ ਉੱਪਰ ਹੋਇਆ ਸੀ। ਹਮਲਾ ਇੰਨਾ ਤੇਜ਼ ਸੀ ਕਿ ਹਰੀ ਸਿੰਘ ਨੂੰ ਆਪਣੀ ਤਲਵਾਰ ਕੱਢਣ ਦਾ ਵੀ ਮੌਕਾ ਨਹੀਂ ਮਿਲਿਆ। ਇੱਕ ਖੁਖਾਰ ਬਾਘ ਉਹਨਾਂ ਨੂੰ ਦਬੋਚਣ ਲਈ ਸਾਹਮਣੇ ਮੂੰਹ ਖੋਲੇ ਖੜਾ ਸੀ। ਅਜਿਹੀ ਹਾਲਤ ਵਿੱਚ ਵੱਡੇ ਤੋਂ ਵੱਡੇ ਵੀਰਾਂ ਦਾ ਸਾਹਸ ਇੱਕ ਪਲ ਵਿੱਚ ਡੋਲ ਜਾਣਾ ਸੁਭਾਵਿਕ ਜੀ ਗੱਲ ਹੁੰਦੀ ਹੈ, ਪਰ ਹਰੀ ਸਿੰਘ ਬਾਘ ਦੇ ਸਾਹਮਣੇ ਖਾਲੀ ਹੱਥ ਅਜਿਹੇ ਖੜੇ ਸਨ ਜਿਵੇਂ ਉਹਨਾਂ ਨੂੰ ਪਤਾ ਹੀ ਨਾ ਹੋਵੇ ਕਿ ਡਰ ਕਿਸ ਮੁਸੀਬਤ ਦਾ ਨਾਮ ਹੈ। ਉਹਨਾਂ ਨੇ ਫੁਰਤੀ ਦੇ ਨਾਲ ਹੀ ਆਪਣੇ ਦੋਨਾਂ ਹੱਥਾਂ ਨਾਲ ਬਾਘ ਦਾ ਜਬੜਾ ਫੜ ਲਿਆ ਅਤੇ ਵੇਖਦੇ ਹੀ ਵੇਖਦੇ ਆਪਣੇ ਹੱਥਾਂ ਨਾਲ ਉਸ ਦਾ ਮੂੰਹ ਚੀਰ ਦਿੱਤਾ। 14 ਸਾਲ ਦੇ ਬਾਲਕ ਦੁਆਰਾ ਇਸ ਤਰ੍ਹਾਂ ਦਾ ਸਾਹਸਿਕ ਕਾਰਜ ਸਭ ਦੇ ਲਈ ਹੈਰਾਨ ਕਰ ਦੇਣ ਵਾਲੀ ਗੱਲ ਸੀ। ਕਹਿੰਦੇ ਹਨ ਕਿ ਇਸ ਘਟਨਾ ਤੋਂ ਬਾਅਦ ਹੀ ਹਰੀ ਸਿੰਘ ਨੂੰ ਬਾਘਮਾਰ ਅਤੇ ਨਲਵਾ ਨਾਮ ਕਹਿ ਕੇ ਬੁਲਾਇਆ ਜਾਣ ਲੱਗ ਪਿਆ। ਰਾਜਾ ਨਲ ਸ਼ੇਰਾਂ ਦਾ ਸ਼ਿਕਾਰ ਕਰਨ ਲਈ ਪ੍ਰਸਿੱਧ ਸਨ, ਇਸ ਕਰਕੇ ਬਾਘ ਨੂੰ ਮਾਰਨ ਦੇ ਬਾਅਦ ਹਰੀ ਸਿੰਘ ਨੂੰ ਰਾਜਾ ਨਲ ਦੇ ਸਮਾਨ ਵੀਰ ਮੰਨ ਕੇ ਉਹਨਾਂ ਨੂੰ ਨਲਵਾ ਕਿਹਾ ਜਾਣ ਲੱਗ ਪਿਆ।
जिन्नी बदकिस्मती भरी गल यह है कि हरी सिंह नलवा की बहादुरी वालों साडे देशवासी पूरी तरह वाकिफ नहीं हैं। उन्ने ही गर्व की गल यह है कि हरी सिंह नलवा की बहादुरी के चर्चे विदेशों तक भी फैले हुए हैं। 2014 में आस्ट्रेलिया की विश्व प्रसिद्ध पत्रिका बिलियनर आस्ट्रेलियंस द्वारा जारी की गई इतिहास की 10 सब तो महान विजेतावां की सूची में सब तो पहला नाम ही हरी सिंह नलवा नूं दिता गया है। इन्ना ही नहीं, इत्थे तक कहा जाता है कि अमेरिकी अफगानिस्तान लड़ाई जदों अपने चरम उत्ते सी तां सारे अमेरिकी जरनल अपने सैनिकों में जोश भरन लई हरी सिंह नलवे के किस्से सुनाया करते सन। हरी सिंह के नाम वालों ही अफगानी थर थर कंबते सन। लड़ाई के मैदान में अनेकों वार अफगानियों नूं धूल चटाउण के बाद उन्हां दे मन में हरी सिंह नूं लैके अजिहा डर बैठ गया सी कि वह हरी सिंह का सामना करन वालों ही घबराउंदे सन। लड़ाई के मैदान में हरी सिंह के दोनों हत्थों में केवल तलवार ही नहीं अपितु दुश्मनों का काल भी झूलता सी। उन्हां दे एक वार वालों दुश्मन का सिर धड़ तो वख हो जाता सी। हरी सिंह नलवे ने 1813 में अटक, 1814 में कश्मीर, 1816 में महमूद कोट, 1818 में मुल्तान, 1822 में मनकेरा, 1823 में नौशहरा आदि समेत 20 वालों ज़्यादा युद्धों में दुश्मनों नूं धूल चटाई अते फतह प्राप्त की। इस कड़ी विच 1836 विच उन्होंने जमरूद उत्ते भी अपना कब्जा जमा लिया सी। इस विच मार्च 1838 विच महाराजा रणजीत सिंह के पुत्र निहाल सिंह के विवाह का प्रबंध रखा गया। इस समारोह विच ब्रिटिश कमांडर इन चीफ नूं खास तौर पर न्योता भेजा गया। ब्रिटिश कमांडर इन चीफ के अगे अपनी शक्ति नुमाइश करने हेतु सारे पंजाब के सिपाहियों को वापस सद लिया गया। इसका फायदा चुक के दुश्मन ने जमरूद उत्ते हमला करने की योजना बना रखी सी। उन्होंने लगा सी कि हरी सिंह नलवा विवाह समारोह में भाग लैण लई अमृतसर चले गए हैं, पर अजिहा नहीं सी क्योंकि हरी सिंह नूं इस गल की पहला ही भनक पहुंच चुकी सी कि जमरूद उत्ते हमला हो सकता है। इस कारण वह पेशावर विच ही रुक गए सन। फिर उत्थे उही होया जिसकी उम्मीद की जा रही सी। विरोधियों ने जमरूद उत्ते चढ़ाई कर दी। इधर अफगानियों वालों रखिया लई हरी सिंह द्वारा बनाए गए किले विच हरी सिंह के प्रतिनिधि महान सिंह अपने 600 सिख सैनिकों नाल राशन पानी के अभाव वालों जूझ रहे सन। हरी सिंह नूं खबर मिलदियां ही वह पेशावर वालों जमरूद पहुंच गए, जिथे उन्हां दे फौजी अफगानियों द्वारा चारों पासों घिरे हुए सी। हरी सिंह के अचानक लड़ाई मैदान विच आ जाण कारण अफगानी पूरी तरह बेखौल हो गए। वह जल्दी तो जल्दी हरी सिंह नूं मार देना चाहुंदे सन। उन्हां नूं पता सी कि जदों तक हरी सिंह खड़े हन उन्हां दे मंसूबे पूरे नहीं हो सकते। दोनों सेनावां दे विचकार बहुत ही घमासान युद्ध मच गया। हरी सिंह जी की सेहत ठीक नहीं सी। इस दे बावजूद भी उन्होंने दुश्मनों का गोला बारूद खो लिया। हालांकि इस कोशिश विच उन्होंने बहुत बुरी तरह चोटां लग गईयां अते वह बहुत ही बुरी तरह जख्मी हो गए। अजिही हालत विच उन्हां दा एक कदम भी अगे वधाउणा आसान नहीं सी। फिर भी उन्होंने हिम्मत नहीं हारी, वह लगातार दुश्मनों नूं मारते रहे। इस विच एक सिपाही ने पिछों आके उन्हां ते बहुत ही खतरनाक वार कर दिता। वार इन्ना जोरदार सी कि हरी सिंह नहीं बच सके अते वीर गति नूं प्राप्त हो गए। हैरान कर देने वाली गल तां यह सी कि अपने अंतिम समय विच भी उन्होंने अपने लोगों की चिंता सी। उन्होंने अपने सैनिकों नूं यह हिदायत दी कि उन्हां दी मौत की सूचना दुश्मनों तक ना मिल पावे। सैनिकों ने हरी सिंह जी की आग्ञा का पालना किया। उन्हां दी शहीदी की खबर अफगानियों तक नहीं पहुँचन दी। हालांकि दुश्मनों के मन में हरी सिंह नलवा का खौफ इस तरह पसरिया होया सी कि हरी सिंह जी की मौत तो बाद भी दुश्मन उन्होंने जीवित समझ रहे सन। कहते हैं कि एक हफ्ते तक अफगानी हाथ ते हाथ धरे बैठे रहे। इन्ने समय में लाहौर की सिख सेना इत्थे पहुंच चुकी थी अते अफगानियों नूं अपनी जान बचा के उत्थों भजना ही पिया। इस तरह वालों हरी सिंह नलवे ने मौत नूं प्राप्त कर लैण दे बाद भी ना केवल जमरूद अते पेशावर नूं बचाया अपितु अफगानियों नूं उत्तर भारत की सीमावां वालों खदेड़ दिता। मरते दम तक अपने लोगों ने लड़न वाले हरी सिंह नलवा जिवें सूबेदार नूं कोटि कोटि प्रणाम।